ਸਭ ਰਾਜਨ ਤੇ ਰਾਜਾ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰਿ ਮਨ ਵਸਤ, ਨਾਨਕ ਹੋਤ ਨਿਹਾਲ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਨਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਹੈ, ਗੁਰੂ ਰਾਮਦਾਸ ਜੀ ਤਿੰਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਰਾਗ ਜੈਤਸਰੀ ਦਾ ਪਹਿਲਾ ਹੀ ਸ਼ਬਦ ਹੈ। ਇਸ ਦੇ ਨਾਲ ਹੀ ਇਸ ਰਾਗ ਦੀ ਆਰੰਭਤਾ ਹੁੰਦੀ ਹੈ। ਗੁਰੂ ਰਾਮਦਾਸ ਜੀ ਨੇ ਬਹੁਤ ਹੀ ਮਿੱਠੀ ਰਸਨਾ ਦੇ ਨਾਲ ਇਹ ਪਾਵਨ ਸ਼੍ਰੀ ਮੁਖਵਾਕ ਸਾਹਿਬ ਗੁਰਸਿੱਖਾਂ ਦੀ ਝੋਲੀ ਵਿੱਚ ਪਾਇਆ ਹੈ, ਜਿਸ ਦੇ ਅਰਥ, ਜਿਸ ਦੀ ਵਿਚਾਰ ਸਾਨੂੰ ਪ੍ਰਮਾਤਮਾ ਦੇ ਨਾਲ ਜੋੜਦੀ ਹੈ। ਆਓ ਆਪਾਂ ਇਸ ਸ਼ਬਦ ਦੀ ਵਿਚਾਰ ਕਰੀਏ। ਦੁਨੀਆ ਦੇ ਵਿੱਚ ਜਦੋਂ ਕੋਈ ਵੀ ਇਨਸਾਨ ਦਾ ਜਨਮ ਹੁੰਦਾ, ਜਨਮ ਲੈਣ ਸਾਰ ਹੀ ਮਾਂ ਪਿਓ ਹੁੰਦੇ ਆ, ਜੋ ਉਹ ਬੱਚੇ ਦੇ ਸੰਬੰਧ ਵਿੱਚ ਬਹੁਤ ਸਾਰੇ ਸੁਪਨੇ ਸਜਾਉਂਦੇ ਆ। ਚਾਹੇ ਧੀ ਤੇ ਚਾਹੇ ਪੁੱਤ ਦਾ ਜਨਮ ਹੋਵੇ, ਘਰ ਦੇ ਵਿੱਚ ਮਾਂ ਪਿਓ ਨੂੰ ਆਸਾਂ ਉਮੀਦਾਂ ਹੁੰਦੀਆਂ ਨੇ ਉਹਦੇ ਤੋਂ, ਕਿ ਵੱਡਾ ਹੋ ਕੇ ਇਹ ਬੱਚਾ ਇਸ ਤਰ੍ਹਾਂ ਬਣੇਗਾ। ਉਹ ਆਪਣੀ ਸਮਰੱਥਾ ਦੇ ਅਨੁਸਾਰ ਉਹਦੇ ਸੁਪਨੇ ਸਜਾਉਂਦੇ ਆ। ਜਦੋਂ ਹੌਲੀ ਹੌਲੀ ਛੋਟੇ ਬੱਚੇ ਵੱਡੇ ਹੁੰਦੇ ਆ, ਉਸ ਤੋਂ ਬਾਅਦ ਹੀ ਉਹਨਾਂ ਦੇ ਆਪਣੇ ਸੁਪਨੇ ਹੁੰਦੇ ਆ, ਮਾਂ ਪਿਓ ਦੀਆਂ ਆਪਣੀਆਂ ਰੀਝਾਂ ਹੁੰਦੀਆਂ ਨੇ। ਅਤੇ ਇਹਨਾਂ ਸੁਪਨਿਆਂ ਦੇ ਵਿੱਚ ਲਗਭਗ 99% ਇਹ ਗੱਲ ਹੁੰਦੀ ਆ ਕਿ ਸ਼ਾਇਦ ਹੀ ਕਿਸੇ ਦਾ ਸੁਪਨਾ ਹੋਵੇ ਕਿ ਮੈਂ ਆਪਣਾ ਸੁਭਾਅ ਗੁਰੂ ਜੈਸਾ ਬਣਾਉਣਾ, ਜਾਂ ਮੈਂ ਮੁੜ ਮੁੜ ਇਸ ਧਰਤੀ 'ਤੇ ਨਹੀਂ ਆਉਣਾ, ਵਾਰ-ਵਾਰ ਜਨਮ ਨਹੀਂ ਲੈਣਾ, ਵਾਰ-ਵਾਰ ਇਸ ਗੋਲ ਚੱਕਰ ਤੋਂ ਮੈਂ ਮੁਕਤ ਹੋਣਾ ਹੈ, ਜਿਹਨੂੰ ਜਨਮ ਤੇ ਮਰਨ ਕਹਿੰਦੇ ਆ। ਇਹ ਸੁਪਨਾ ਕਦੇ ਕਦੇ ਕਿਸੇ ਦਾ ਹੁੰਦਾ ਕਿ ਮੈਂ ਵੀ ਪ੍ਰਹਿਲਾਦ ਵਾਂਗ, ਭਗਤ ਜੀ ਵਾਂਗ ਬੰਦਗੀ ਕਰਨੀ ਆ, ਮੈਂ ਵੀ ਧਰੂ ਦੇ ਵਾਂਗ ਨਾਮ ਸਿਮਰਨ ਕਰਨਾ, ਮੈਂ ਵੀ ਭਗਤ ਕਬੀਰ ਜੀ ਦੇ ਵਾਂਗ ਉਹਨਾਂ ਵਾਂਗ ਬਣਨਾ। ਕਦੇ ਕਦੇ ਕੋਈ ਹੁੰਦਾ ਸਦੀਆਂ ਬਾਅਦ ਪੈਦਾ, ਜਿਹਦੇ ਇਹ ਵੀ ਸੁਪਨੇ ਹੁੰਦੇ ਆ। ਨਹੀਂ, ਵੱਡੀ ਗਿਣਤੀ ਵਿੱਚ ਜਿਹੜੇ ਸੁਪਨੇ ਆ ਉਹ ਮਾਇਕੀ ਪਦਾਰਥਾਂ ਦੇ ਨਾਲ ਸੰਬੰਧਿਤ ਹੁੰਦੇ ਆ, ਬਾਹਰੀ ਚੀਜ਼ਾਂ ਦੇ ਨਾਲ ਸੰਬੰਧ ਰੱਖਦੇ ਆ। ਤਾਂ ਉਹ ਬੰਦਾ ਜਿਹਦਾ ਸੁਭਾਅ ਆਪਦੇ ਗੁਰੂ ਜੈਸਾ ਨਹੀਂ ਹੈਗਾ, ਉਹ ਬਿਲਕੁਲ ਉਸੇ ਗਾਂ ਦੇ ਵਾਂਗ ਆ ਜਿਹੜੀਆਂ ਦੁੱਧ ਦੇਣੋਂ ਹਟ ਚੁੱਕੀਆਂ ਨੇ,
ਜਿਹੜੀਆਂ ਰੋਡ 'ਤੇ ਸੜਕਾਂ 'ਤੇ ਰੁਲ ਰਹੀਆਂ ਨੇ। ਇਸ ਤਰ੍ਹਾਂ ਦਾ ਉਹ ਬੰਦੇ ਦਾ ਜੀਵਨ ਹੈ ਜਿਹਨੇ ਆਪਣੇ ਗੁਰੂ ਨੂੰ ਵਿਸਾਰ ਦਿੱਤਾ। ਤਾਂ ਨਾਮ ਦੀ ਮਹਿਮਾ ਬਹੁਤ ਆਉਂਦੀ ਆ ਵਾਰ-ਵਾਰ। ਅਸਲ ਦੇ ਵਿੱਚ ਜਦੋਂ ਸਿਆਲ ਹੁੰਦੇ ਆ, ਸਰਦੀ ਦੀ ਰੁੱਤ ਹੁੰਦੀ ਆ, ਉਦੋਂ ਇਨਸਾਨ ਜਿਹੜਾ ਹੈ ਅੱਗ ਸੇਕਣ ਵਾਸਤੇ ਲੱਭਦਾ। ਜਦੋਂ ਕੋਰਾ ਪੈਂਦਾ, ਜਦੋਂ ਹੀ ਆਪਾਂ ਅੱਗ ਦੇ ਨੇੜੇ ਜਾਂਦੇ ਹਾਂ, ਸ਼ਾਂਤੀ ਆਉਂਦੀ ਆ, ਖੁਸ਼ੀ ਮਹਿਸੂਸ ਹੁੰਦੀ ਆ, ਰਾਹਤ ਮਿਲਦੀ ਆ ਸਰਦੀ ਤੋਂ। ਜਦੋਂ ਹੀ ਅੱਗ ਤੋਂ ਦੂਰ ਹੁੰਦੇ ਆ, ਕਾਂਬਾ ਲੱਗਦਾ, ਸਰੀਰ ਨੂੰ ਦੁੱਖ ਲੱਗਦਾ। ਇਸ ਤਰ੍ਹਾਂ ਹੀ ਇਹਨੂੰ ਸਮਝੋ, ਵਾਹਿਗੁਰੂ ਪਰਮੇਸ਼ਰ ਜੋ ਹੈ, ਉਹਦੇ ਨੇੜੇ ਰਹਿ ਕੇ ਉਹਦੇ ਨਾਮ ਨੂੰ ਜਪ ਕੇ ਹੀ ਇਨਸਾਨ ਨੂੰ ਸੁੱਖ ਮਿਲਦਾ ਹੈ। ਉਹ ਤੋਂ ਵਿਛੜ ਕੇ ਹੀ ਇਨਸਾਨ ਨੂੰ ਦੁੱਖ ਮਿਲਦਾ। ਹੂਬਹੂ ਉਸੇ ਤਰ੍ਹਾਂ ਜਿਸ ਤਰ੍ਹਾਂ ਅੱਗ ਦਾ ਸੇਕ ਸਰਦੀਆਂ ਦੇ ਵਿੱਚ ਸਾਨੂੰ ਖੁਸ਼ੀ ਦਿੰਦਾ, ਅੱਗ ਦਾ ਸੇਕ ਸਾਡੇ ਸਰੀਰ ਨੂੰ ਗਰਮਾਇਸ਼ ਦੇ ਕੇ ਉਹਨੂੰ ਸਰਦੀ ਤੋਂ ਬਚਾਉਂਦਾ। ਨਾਮ ਵੀ ਇੱਦਾਂ ਹੀ ਆ। ਤਾਂ ਇੱਥੇ ਹੁਕਮਨਾਮੇ ਦੇ ਵਿੱਚ ਅੱਜ ਨਾਮ ਦੀ ਗੱਲ ਹੋ ਰਹੀ ਆ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਰਾਗ ਜੈਤ ਸਰੀ ਹੈ। ਗੁਰੂ ਰਾਮਦਾਸ ਜੀ ਦਾ ਬਚਨ ਹੈ, 4 ਪਦਿਆਂ ਵਾਲਾ। ਪਹਿਲੇ ਘਰ ਦੇ ਵਿੱਚ ਗਾਉਣ ਲਈ ਆਖ ਰਹੇ ਆ, ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਪਰਮਾਤਮਾ ਇੱਕ ਹੀ ਹੈ ਜਿਹੜਾ ਦੁਨੀਆ ਨੂੰ ਬਣਾਉਣ ਵਾਲਾ, ਪਾਲਣ ਵਾਲਾ, ਮਿਟਾਉਣ ਵਾਲਾ ਇੱਕੋ ਹੀ ਆ। ਉਹੀ ਬਣਾਉਂਦਾ, ਉਹੀ ਪਾਲਦਾ, ਉਹੀ ਢਾਹ ਦੂਗਾ। ਸਵਾਲ ਇਹ ਪੈਦਾ ਹੋਇਆ, ਜੋ ਬਣਾਊਗਾ ਉਹ ਢਾਊਗਾ ਕਿਉਂ? ਜਿਹਨੇ ਬਣਾਇਆ ਉਹ ਖਤਮ ਕਿਉਂ ਕਰੂਗਾ? ਤੀਜੀ ਸ਼ਕਤੀ ਜਾਂ ਦੂਜੀ ਸ਼ਕਤੀ ਕੋਈ ਹੋਵੇਗੀ? ਬਾਣੀ ਸਮਝਾਉਂਦੀ ਹੈ ਸਾਨੂੰ, ਗੁਰਬਾਣੀ ਨਹੀਂ। ਨਦੀ ਕਿਨਾਰੇ, ਸਮੁੰਦਰ ਕਿਨਾਰੇ ਖੇਡਦੇ ਹੋਏ ਬੱਚੇ ਮਿੱਟੀ ਦੇ ਘਰ ਬਣਾਉਂਦੇ ਆ। ਖੇਡਦੇ ਖੇਡਦੇ ਬਣਾਉਂਦੇ ਆ, ਖੇਡਦੇ ਖੇਡਦੇ ਢਾਹ ਦਿੰਦੇ ਆ। ਪਰਮਾਤਮਾ ਵੀ ਇਸ ਤਰ੍ਹਾਂ ਹੀ ਕਰਦਾ। ਖੇਡ ਖੇਡਦੇ ਆ ਬੱਚੇ, ਖੇਡ ਖੇਡਦਾ ਹੈ ਪਰਮਾਤਮਾ। ਦੁਨੀਆ ਵਿੱਚ 2 ਤਰ੍ਹਾਂ ਦੀਆਂ ਖੇਡਾਂ ਹੁੰਦੀਆਂ। ਪਰਮਾਤਮਾ ਖੇਡਦਾ ਹੈ, ਬੱਚੇ ਖੇਡਦੇ ਆ। ਬਾਕੀ ਜਿਹੜੀਆਂ ਖੇਡਾਂ ਹੁੰਦੀਆਂ ਨੇ, ਉਹ ਖੇਡ ਨਹੀਂ, ਉਹ ਜੰਗ ਹੁੰਦੀ ਆ। ਉਹਦੇ ਵਿੱਚ ਖੇਡ ਵਾਲੀ ਕੋਈ ਗੱਲ ਨਹੀਂ ਹੁੰਦੀ। ਉਹਦੇ ਵਿੱਚ ਖਿਡਾਰੀ ਲੜ ਵੀ ਪੈਂਦੇ ਆ। ਇੱਕ ਦੇਸ਼ ਦੂਜੇ ਦੇਸ਼ ਨੂੰ ਮਿਹਣੇ ਵੀ ਮਾਰਦਾ। ਹਾਰੇ ਹੋਏ ਖਿਡਾਰੀਆਂ ਦੇ ਕਈ ਵਾਰ ਬਹੁਤ ਉਹਨਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ। ਜਿੱਤੇ ਹੋਏ ਜਸ਼ਨ ਮਨਾਉਂਦੇ ਆ। ਤਾਂ ਉਹ ਜੰਗ ਯੁੱਧ ਦੇ ਵਾਂਗ ਹੁੰਦੀ ਆ। ਖੇਡ ਸਿਰਫ 2 ਦੁਨੀਆ 'ਚ ਖੇਡੀ ਜਾਂਦੀ ਆ, ਜਾਂ ਛੋਟੇ ਬੱਚੇ ਖੇਡਦੇ ਆ ਅਤੇ ਜਾਂ ਫਿਰ ਪਰਮਾਤਮਾ ਖੇਡਦਾ। ਖੇਡਦੇ ਖੇਡਦੇ ਬੱਚੇ ਘਰ ਬਣਾਉਂਦੇ ਆ, ਢਾਹ ਦਿੰਦੇ ਆ। ਕੋਈ ਨਫਾ ਨਹੀਂ ਬਣਾਉਣ 'ਚ, ਕੋਈ ਨੁਕਸਾਨ ਨਹੀਂ ਢਾਉਣ 'ਚ। ਖੇਡ ਆ। ਵਾਹਿਗੁਰੂ ਪਰਮੇਸ਼ਰ ਇਨਸਾਨਾਂ ਨੂੰ ਬਣਾ ਕੇ ਢਾਹ ਦਿੰਦਾ ਹੈ। ਬਣਾਉਣ 'ਚ ਉਹਨੂੰ ਕੋਈ ਨਫਾ ਨਹੀਂ, ਢਾਉਣ 'ਚ ਉਹਨੂੰ ਕੋਈ ਨੁਕਸਾਨ ਨਹੀਂ। ਖੇਡ ਆਵਣ ਜਾਣ ਇੱਕ ਖੇਲ ਬਣਾਇਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਆ। ਮੇਰੇ ਹੀਅਰੈ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਦੋਂ ਗੁਰੂ ਨੇ ਮੇਰੇ ਮੱਥੇ 'ਤੇ ਹੱਥ ਰੱਖ ਦਿੱਤਾ, ਉਦੋਂ ਹੀ ਨਾਮ ਮੇਰੇ ਦਿਲ 'ਚ ਵਸਿਆ, ਪਹਿਲਾਂ ਨਹੀਂ। ਜਦੋਂ ਗੁਰੂ ਦੀ ਰਹਿਮਤ ਹੋ ਗਈ, ਕਿਰਪਾ ਹੋ ਗਈ, ਜ਼ਿੰਦਗੀ ਦੀਆਂ ਉਚਾਈਆਂ ਨੂੰ ਛੂਹ ਲਿਆ, ਮਾੜੀਆਂ ਆਦਤਾਂ ਛੱਡ ਦਿੱਤੀਆਂ। ਕਿਹਾ ਜਾਂਦਾ ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਹੁੰਦੀਆਂ, ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ। ਚੰਗੀਆਂ ਆਦਤਾਂ ਕਮਾਉਣੀਆਂ ਹੋਣ, ਜ਼ਰੂਰੀ ਨਹੀਂ ਬਹੁਤ ਪੈਸੇ ਲੱਗਣਗੇ।
ਤੇ ਬਹੁਤ ਮਹਿੰਗੀ ਕੋਈ ਆਦਤ ਆ, ਮਹਿੰਗਾ ਕੋਈ ਸ਼ੌਂਕ ਆ, ਜ਼ਰੂਰੀ ਨਹੀਂ ਉਹ ਚੰਗਾ ਹੋਊਗਾ। ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਹੁੰਦੀਆਂ, ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ। ਚੰਗੀਆਂ ਆਦਤਾਂ ਬਣ ਗਈਆਂ ਜਦੋਂ ਦਾ ਗੁਰੂ ਸਾਹਿਬ ਨੇ ਮੱਥੇ 'ਤੇ ਹੱਥ ਰੱਖ ਦਿੱਤਾ, ਜਦੋਂ ਛੋਹ ਉਹਨਾਂ ਨੇ ਲਾ ਦਿੱਤੀ ਹੈ, ਉਦੋਂ ਤੋਂ ਮੌਤ ਵੀ ਯਾਦ ਰਹਿਣ ਲੱਗ ਗਈ ਆ। ਉਦੋਂ ਤੋਂ ਪਤਾ ਲੱਗ ਗਿਆ ਸਰੀਰ ਇੱਕ ਦਿਨ ਇਉਂ ਛੱਡ ਜਾਂਗੇ ਜਿਵੇਂ ਸੱਪ ਕੁੰਝ ਛੱਡ ਜਾਂਦਾ ਹੈ। ਜਿੰਦ ਸਰੀਰ ਨਾਲੋਂ ਇਉਂ ਵੱਖ ਹੋ ਜਾਏਗੀ ਜਿਵੇਂ ਸੱਪ ਕੁੰਝ ਲਾਹ ਕੇ ਤੁਰ ਜਾਂਦਾ। ਸਰੀਰ ਕਿਤੇ ਪਿਆ ਤੇ ਜਿੰਦ ਕਿਤੇ ਤੁਰ ਰਹੀ ਆ, ਇੱਦਾਂ ਹੋ ਜਾਏਗਾ। ਸੁੰਦਰਤਾ ਤੇ ਸਿਆਣਪ ਭੁਲੇਖੇ ਹੁੰਦੇ ਆ। ਗੁਰੂ ਨੇ ਮੱਥੇ ਤੇ ਸਿਰ ਤੇ ਹੱਥ ਰੱਖਿਆ ਤੇ ਸੋਝੀ ਆ ਗਈ ਆ। ਸੁੰਦਰਤਾ ਤੇ ਸਿਆਣਪ ਭੁਲੇਖੇ ਹੁੰਦੇ ਆ ਬੰਦੇ ਦੇ। ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈ ਹੈ। ਗੁਰੂ ਨੇ ਮੱਥੇ ਤੇ ਹੱਥ ਰੱਖਿਆ, ਸੋਝੀ ਆਈ। ਗੁਰਬਾਣੀ ਤੋਂ ਵੱਧ ਮਿਠਾਸ ਕਿਸੇ ਚੀਜ਼ ਵਿੱਚ ਨਹੀਂ ਹੈਗੀ। ਭਾਵੇਂ ਦੁਨੀਆ ਵਿੱਚ ਬਹੁਤ ਰਸੀਲੀਆਂ ਚੀਜ਼ਾਂ ਹੋਣਗੀਆਂ, ਮਠਿਆਈਆਂ, ਸ਼ਹਿਦ, ਖੰਡ, ਘਿਓ ਤੇ ਆਦਿ ਬਹੁਤ, ਪਰ ਨਾਮ ਤੋਂ ਮਿੱਠੀ ਕੋਈ ਚੀਜ਼ ਨਹੀਂ। ਉਹ ਜਦੋਂ ਗੁਰੂ ਨੇ ਸੋਝੀ ਕਰਵਾਈ ਉਦੋਂ ਹੀ ਪਤਾ ਲੱਗੀ ਆ। ਕੀਰਤਨ ਤੋਂ ਵੱਡੀ ਕੋਈ ਦਾਤ ਨਹੀਂ, ਵਾਹਿਗੁਰੂ ਨਾਲ ਪਿਆਰ ਕਰਨ ਤੋਂ ਵੱਡੀ ਕੋਈ ਮੁਹੱਬਤ ਨਹੀਂ। ਇਹ ਸਾਰੀਆਂ ਚੀਜ਼ਾਂ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਮਲ ਮਲ ਕੇ ਮੈਲ ਲਹੀ ਆ ਕਦੋਂ, ਗੁਣ ਗਾਵਤ ਤੇਰੀ ਉਤਰਸ ਮੈਲ। ਰੱਬ ਦੇ ਗੁਣ ਗਾਉਂਦਿਆਂ ਹੀ ਬਹੁਤ ਜੰਮੀ ਹੋਈ ਮੈਲ ਉਤਰ ਗਈ ਆ। ਗੁਰਨਾਮ ਦਿਓ ਰਿਣ ਲਾਥਾ, ਗੁਰੂ ਨੇ ਨਾਮ ਬਖਸ਼ਿਆ ਤੇ ਰਹਿਣ ਰਹਿ ਗਿਆ। ਰਹਿਣ ਜਿਹੜਾ ਸੀ ਲੈ ਗਿਆ, ਕਰਜ਼ਾ ਲੈ ਗਿਆ ਗੁਰੂ ਦੇ ਨਾਮ ਦੁਆਰਾ। ਸਭ ਤੋਂ ਵੱਡਾ ਕਰਜ਼ਾ ਤਾਂ ਪਰਮਾਤਮਾ ਦਾ ਹੀ ਆ ਬੰਦੇ ਤੇ, ਪਹਿਲੇ ਨੰਬਰ ਦਾ। ਜਿਹਨੇ ਤੇਰਾ ਬਦਨ ਬਣਾਇਆ ਉਹਦਾ ਦਿਲੋਂ ਖਿਆਲ ਭੁਲਾਇਆ। ਜਿਹਨੇ ਤੇਰਾ ਸਰੀਰ ਬਣਾਇਆ ਬੰਦਿਆ, ਉਹਦਾ ਕਰਜ਼ਾ ਹੈ। ਜਿਹੜੀ ਮਾਂ ਨੇ ਤੈਨੂੰ ਸਾਂਭਿਆ 9 ਮਹੀਨੇ ਪੇਟ ਦੇ ਵਿੱਚ, ਉਹਦਾ ਕਰਜ਼ਾ ਹੈ। ਹਵਾ, ਪਾਣੀ, ਮਿੱਟੀ, ਅਗਨੀ, ਆਕਾਸ਼, ਲੂਣ ਆਦਿ ਦੇਵਤੇ ਆ। ਘਿਓ ਵੀ ਦੇਵਤਾ ਵਾ, ਜਿਹਦੇ ਨਾਲ ਰੋਟੀ ਵਧੀਆ ਲੱਗਦੀ, ਸਵਾਦ ਲੱਗਦੀ ਹੈ। ਲੂਣ ਨਾ ਹੋਵੇ ਦਾਲ ਸਬਜ਼ੀ 'ਚ ਗੱਲ ਨਹੀਂ ਬਣਦੀ। ਲੂਣ ਵੀ ਦੇਵਤਾ ਹੀ ਆ। ਬੈਸੰਤਰ ਦੇਵਤਾ ਲੂਣ, ਅੱਗ ਵੀ ਦੇਵਤਾ ਹੈ। ਤਾਂ ਇਹਨਾਂ ਦਾ ਵੀ ਕਰਜ਼ਾ ਹੈ। ਪਾਣੀ ਦਾ ਵੀ ਸਾਡੇ 'ਤੇ ਕਰਜ਼ਾ, ਉਹ ਪਿਆਸ ਬੁਝਾਉਂਦਾ। ਅਸੀਂ ਉਹਦੇ ਲਈ ਕੀ ਕਰਦੇ ਹਾਂ? ਕੁਝ ਵੀ ਨਹੀਂ। ਅਸੀਂ ਉਹ ਬੇਵਜ੍ਹਾ ਡੋਲ ਦਿੰਦੇ ਹਾਂ। ਅਸੀਂ ਟੂਟੀ ਖੁੱਲ੍ਹੀ ਹੁੰਦੀ ਆ, ਉੱਦਾਂ ਟੈਂਕੀ ਭਰ ਗਈ ਹੁੰਦੀ ਆ, ਬੰਦ ਨਹੀਂ ਕਰਦੇ। ਇਹਨਾਂ ਦੇ ਕਰਜ਼ੇ ਬਹੁਤ ਆ, ਪਰ ਸਭ ਤੋਂ ਵੱਡਾ ਕਰਜ਼ਾ ਵਾਹਿਗੁਰੂ ਦਾ ਹੈ। ਮਾਂ ਪਿਓ ਦਾ ਕਰਜ਼ਾ ਹੈ ਅਤੇ ਹਵਾ ਪਾਣੀ ਦਾ ਕਰਜ਼ਾ ਹੈ, ਜਿਹੜੇ ਦੂਸ਼ਿਤ ਹੋ ਚੁੱਕੇ ਆ, ਪਲਿਊਟ ਹੋ ਚੁੱਕੇ ਆ। ਹੁਣ ਇਹ ਸਾਰੇ ਲੈਣੇ ਕਿਵੇਂ ਸੀਗੇ? ਨਾਮ ਦੀਆਂ ਬਰਕਤਾਂ ਦੇ ਨਾਲ। ਇੱਕ ਛੋਟੀ ਜਿਹੀ ਕਹਾਣੀ ਮੈਂ ਪੜ੍ਹੀ, ਬੜੀ ਸੁੰਦਰ ਹੈ। ਦੁਨੀਆ ਦੇ ਵਿੱਚ ਬਹੁਤ ਫਕੀਰ ਹੁੰਦੇ ਆ। ਇਸ ਤਰ੍ਹਾਂ ਹੀ ਇੱਕ ਫਕੀਰ ਹੋਇਆ। ਉਹ ਨਾ ਬਾਜ਼ਾਰ ਦੇ ਵਿੱਚ ਬੈਠਾ ਹੈ ਤੇ ਉਂਗਲਾਂ ਦੇ ਨਾਲ ਜ਼ਮੀਨ 'ਤੇ ਲੀਕਾਂ ਖਿੱਚ ਰਿਹਾ। ਜ਼ਮੀਨ 'ਤੇ ਲੀਕਾਂ ਖਿੱਚ ਰਿਹਾ ਹੈ, ਜਿਵੇਂ ਬੱਚੇ ਕਰਦੇ ਹੁੰਦੇ ਆ, ਕੁਝ ਵਗਲਦੇ ਆ ਜ਼ਮੀਨ 'ਤੇ। ਉੱਥੋਂ ਇੱਕ ਰਾਜਾ ਲੰਘਿਆ ਹੈ। ਰਾਜਾ ਆਪਦੇ ਜਿਹੜੇ ਅਹਿਲਕਾਰ ਹਨ ਉਹਨਾਂ ਨਾਲ ਲੰਘ ਰਿਹਾ। ਪੁੱਛਿਆ ਫਕੀਰ ਨੂੰ, ਫਕੀਰ ਇਹ ਕੀ ਕਰ ਰਹੇ ਹੋ? ਧਰਤੀ 'ਤੇ ਕੀ ਨਿਸ਼ਾਨ ਬਣਾ ਰਹੇ ਹੋ? ਲੀਕਾਂ ਖਿੱਚ ਰਹੇ ਹੋ। ਉਹ ਕਹਿਣ ਲੱਗਾ, ਰਾਜਨ ਅਸਲ ਦੇ ਵਿੱਚ ਨਾ ਮੈਂ ਮਾਲਕ ਤੇ ਮਖਲੂਕ ਦੀ ਸੁਲ੍ਹਾ ਕਰਾ ਰਿਹਾ। ਮਾਲਕ ਰੱਬ, ਮਖਲੂਕ ਦੇ ਅਰਥ ਆ ਦੁਨੀਆ, ਦੁਨੀਆ ਦੇ ਲੋਕ, ਇਹਨਾਂ ਦੀ ਸੁਲ੍ਹਾ ਕਰਾ ਰਿਹਾ ਆਪਸ ਵਿੱਚ। ਉਹ ਕਹਿੰਦਾ ਸੁਲ੍ਹਾ ਕਰਾਉਣ ਦੀ ਲੋੜ ਕਿਉਂ ਪਈ? ਸੁਲ੍ਹਾ ਉਹਦੀ ਕਰਾਈ ਜਾਂਦੀ ਆ ਜਿਹੜਾ ਭੁੱਲ ਗਿਆ ਹੋਵੇ, ਜਿਹਨੇ ਮੁੱਖ ਮੋੜ ਲਿਆ ਹੋਵੇ।
ਇਹ ਦੁਨੀਆ ਦੇ ਲੋਕਾਂ ਨੇ ਮਾਲਕ ਤੋਂ ਮੁੱਖ ਮੋੜ ਲਿਆ ਹੈ। ਇਹਨਾਂ ਦੀ ਜ਼ਿੰਦਗੀ ਹੋਰ ਤਰ੍ਹਾਂ ਦੀ ਹੈ। ਮੈਂ ਸੁਲ੍ਹਾ ਕਰਾ ਰਿਹਾ। ਫਿਰ ਉਹ ਕਹਿੰਦਾ ਕੀ ਹੋ ਗਈ ਸੁਲ੍ਹਾ, ਮੰਨ ਗਏ ਨੇ? ਉਹ ਜਵਾਬ ਦਿੰਦਾ ਫਕੀਰ ਕਹਿੰਦਾ ਮਾਲਕ ਤਾਂ ਮੰਨਿਆ ਹੀ ਆ, ਰੱਬ ਤਾਂ ਮੰਨਿਆ ਹੀ ਆ, ਇਹ ਨਹੀਂ ਮੰਨ ਰਹੇ। ਮਾਲਕ ਮੰਨ ਗਿਆ, ਮਖਲੂਕ ਨਹੀਂ ਮੰਨਦੀ। ਇਹ ਸੁਲ੍ਹਾ ਨਹੀਂ ਕਰ ਰਹੇ ਉਹਦੇ ਨਾਲ, ਭਾਵ ਉਹਨੂੰ ਯਾਦ ਨਹੀਂ ਕਰ ਰਹੇ। ਸੁਲ੍ਹਾ ਤੋਂ ਭਾਵ ਉਹਦਾ ਚੇਤੇ ਨਹੀਂ ਕਰ ਰਹੇ, ਉਹਨੂੰ ਯਾਦ ਨਹੀਂ ਕਰ ਰਹੇ। ਇਹ ਆਪਦੇ ਹੀ ਕੰਮਾਂ ਵਿੱਚ ਲੱਗੇ ਹੋਏ ਆ। ਕਿਹੜੇ ਕਿਹੜੇ ਕੰਮ ਆ ਉਹ ਪੁੱਛਦਾ। ਫਿਰ ਉਹ ਕਹਿੰਦਾ ਸੁਣੋ ਫਿਰ ਕਿਹੜੇ ਕਿਹੜੇ ਕੰਮਾਂ 'ਚ ਲੱਗੇ ਹੋਏ ਆ। ਤੇ ਮਾਇਆ ਗਈ ਤਬ ਰੋਵਣ ਲਗਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਇਹ ਇਨਸਾਨ ਸਿਰਫ ਦੌੜ ਰਿਹਾ ਹੈ, ਸਿਰਫ ਤੇ ਸਿਰਫ ਪੈਸੇ ਦੀ ਖਾਤਰ ਹੀ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਟੀ ਕੋ ਪੁੱਤਰ ਕੈਸੇ ਨਚਤ ਹੈ। ਮਿੱਟੀ ਦਾ ਪੁਤਲਾ ਸਿਰਫ ਨੱਚਦਾ ਹੈ, ਸਿਰਫ ਨੱਚਦਾ ਹੈ ਪੈਸੇ ਦੀ ਖਾਤਰ, ਹੋਰ ਕੁਝ ਨਹੀਂ। ਧਰਮ ਲਈ ਕੋਈ ਦੌੜ ਭੱਜ ਨਹੀਂ, ਧਰਮ ਲਈ ਕੁਝ ਵੀ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਪੈਸੇ ਮਾੜੇ ਆ। ਪੈਸਿਆਂ ਨਾਲ ਸਾਰੀਆਂ ਚੀਜ਼ਾਂ ਆਉਂਦੀਆਂ, ਸਾਰਾ ਕੁਝ, ਬੱਚਿਆਂ ਦੀ ਪੜ੍ਹਾਈ, ਖਾਣ ਪੀਣ ਦੀਆਂ ਵਸਤੂਆਂ, ਚੰਗੀਆਂ ਕਿਤਾਬਾਂ, ਚੰਗੇ ਗ੍ਰੰਥ, ਸਭ ਪੈਸੇ ਦਾ ਆਉਂਦਾ। ਗੱਲ ਇਹ ਨਹੀਂ ਕਿ ਉਹ ਸਿਰਫ ਪੈਸੇ ਲਈ ਦੌੜ ਭੱਜ ਕਰ ਰਹੇ ਆ। ਗੱਲ ਇਹੀ ਆ ਉਹ ਸਿਰਫ ਪੈਸੇ ਲਈ ਹੀ ਜਿਉਂ ਰਹੇ ਆ। ਸਿਰਫ ਮਾਇਆ ਗਈ ਤਬ ਰੋਵਣ ਲਗਤ ਹੈ। ਪੈਸਾ ਹੀ ਬੰਦੇ ਦੀ ਜ਼ਿੰਦਗੀ ਦਾ ਅੰਗ ਆ। ਪੈਸਾ ਖੁੱਸ ਗਿਆ ਬੰਦਾ ਉਦਾਸ ਆ, ਪੈਸਾ ਮਿਲ ਗਿਆ ਬੰਦਾ ਖੁਸ਼ ਆ। ਜਬ ਕੱਛ ਪਾਵੇ, ਜਦੋਂ ਕੁਝ ਮਿਲ ਜੇ, ਪੈਸੇ ਦੀਆਂ ਚੀਜ਼ਾਂ ਆਉਂਦੀਆਂ, ਪੈਸੇ ਦੀ ਕੋਈ ਚੀਜ਼ ਜਦੋਂ ਘਰੇ ਆ ਜੇ, ਤਬ ਗਰਭ ਕਰਤ ਹੈ, ਫਿਰ ਹੰਕਾਰ ਕਰਦਾ। ਜਦੋਂ ਖੁੱਸ ਜੇ ਫਿਰ ਰੁੱਸ ਜਾਂਦਾ, ਉਦਾਸ ਹੋ ਜਾਂਦਾ। ਪੈਸਾ ਹੀ ਤੈਅ ਕਰਦਾ ਬੰਦਾ ਖੁਸ਼ ਰਹੂਗਾ ਕਿ ਬੰਦਾ ਉਦਾਸ। ਬੰਦਾ ਆਪਦੇ ਆਪ 'ਚ ਕੁਝ ਵੀ ਨਹੀਂ ਹੈਗਾ, ਪੈਸਾ ਹੀ ਬੰਦੇ ਨੂੰ ਚਲਾ ਰਿਹਾ। ਪੈਸਾ ਹੈ ਬੰਦਾ ਖੁਸ਼, ਪੈਸਾ ਨਹੀਂ ਬੰਦਾ ਉਦਾਸ। ਇਹ ਚੀਜ਼ਾਂ ਹੋ ਰਹੀਆਂ। ਮਾਲਕ ਤੇ ਮਖਲੂਕ ਇਹਨਾਂ ਦੀ ਸੁਲ੍ਹਾ ਕਰਾ ਰਹੇ ਹਾਂ, ਪਰ ਜਿਹੜਾ ਮਾਲਕ ਆ ਉਹ ਤਾਂ ਮੰਨ ਗਿਆ। ਇਹ ਮਖਲੂਕ ਬਾਜ਼ਾਰ 'ਚ ਜਿਹੜੇ ਭੱਜੇ ਜਾਂਦੇ ਲੋਕ ਇਹ ਮੰਨ ਨਹੀਂ ਰਹੇ। ਫਕੀਰ ਨੇ ਕਿਹਾ ਸਮਾਂ ਬੀਤਿਆ ਇਵੇਂ ਹੀ, ਬਹੁਤ ਸਮਾਂ ਬੀਤਿਆ, ਲੰਘ ਗਿਆ ਸਮਾਂ। ਉਹੀ ਫਕੀਰ ਇੱਕ ਦਿਨ ਕਬਰਿਸਤਾਨ ਦੇ ਵਿੱਚ, ਕੰਮ ਉਹਦਾ ਉਹੀ ਅੱਜ ਵੀ। ਉਹ ਲੀਕਾਂ ਵਾਹ ਰਿਹਾ, ਇੰਨਾ ਖਿੱਚ ਰਿਹਾ ਜ਼ਮੀਨ 'ਤੇ। ਉਹ ਰਾਜਾ ਜਿਹੜਾ ਸੀ ਫਿਰ ਲੰਘਿਆ। ਉਹ ਕਹਿੰਦਾ ਫਕੀਰ ਅੱਜ ਵੀ ਉਹੀ ਕੰਮ ਉਹੀ ਆ। ਧਰਤੀ 'ਤੇ ਲੀਕਾਂ ਵਾਹ ਰਹੇ ਹੋ, ਅੱਜ ਕਬਰਿਸਤਾਨ 'ਚ, ਪਹਿਲਾਂ ਬਾਜ਼ਾਰ 'ਚ। ਫਕੀਰ ਕਹਿੰਦਾ ਹੋਰ ਕੀ ਕਰੀਏ, ਜਿੱਥੇ ਮਰਜ਼ੀ ਹੋਈਏ, ਕੰਮ ਤਾਂ ਸਾਡਾ ਉਹੀ ਰਹਿਣਾ ਨਾ। ਚਾਹੇ ਦੇਸ਼ ਆ, ਚਾਹੇ ਪ੍ਰਦੇਸ਼ ਆ, ਚਾਹੇ ਗੁਰਦੁਆਰੇ ਆ ਮੈਂ, ਚਾਹੇ ਘਰੇ ਆ, ਚਾਹੇ ਮੈਂ ਵਿਦੇਸ਼ ਚਲਾ ਗਿਆ, ਕੰਮ ਤਾਂ ਮੇਰਾ ਉਹੀ ਰਹਿਣਾ ਨਾ। ਮਾਲਕ ਨੂੰ ਯਾਦ ਕਰਨਾ, ਆਪਣੇ ਰੱਬ ਨੂੰ ਯਾਦ ਕਰਨਾ। ਫਕੀਰ ਦਾ ਕਹਿਣ ਦਾ ਭਾਵ ਇਹ ਸੀ। ਉਹ ਰਮਜ਼ਾਂ ਵਿੱਚ ਕਹਿ ਰਿਹਾ, ਕਹਿੰਦਾ ਚਾਹੇ ਕਬਰਿਸਤਾਨ ਬੈਠਾ, ਚਾਹੇ ਬਾਜ਼ਾਰ 'ਚ, ਕੰਮ ਤਾਂ ਮੇਰਾ ਉਹੀ ਆ, ਉਹਨੂੰ ਯਾਦ ਰੱਖਣਾ, ਰੱਬ ਨੂੰ। ਉਹ ਕਹਿੰਦਾ ਅੱਜ ਵੀ ਲੀਕਾਂ ਵਾਹ ਰਿਹਾ। ਉਹ ਕਹਿੰਦਾ ਬਿਲਕੁਲ, ਪਰ ਹੁਣ ਦੱਸ ਵੀ ਉਹ ਮੰਨ ਗਿਆ, ਸੁਲ੍ਹਾ ਹੋ ਗਈ ਕਿ ਨਹੀਂ ਹਜੇ? ਰੱਬ ਦੀ ਤੇ ਰੱਬ ਦੀ ਬਣਾਈ ਦੁਨੀਆ ਦੀ, ਜਿਨ੍ਹਾਂ ਨੇ ਮੁੱਖ ਮੋੜਿਆ ਸੀ ਰੱਬ ਤੋਂ, ਉਹਨਾਂ ਦੀ ਸੁਲ੍ਹਾ ਹੋ ਗਈ ਕਿ ਨਹੀਂ? ਜਿਹੜੇ ਬਾਜ਼ਾਰ 'ਚ ਭੱਜੇ ਫਿਰਦੇ ਸੀ, ਕੀ ਉਹ ਮੰਨ ਗਏ ਨੇ? ਫਕੀਰ ਕਹਿਣ ਲੱਗਾ ਨਹੀਂ, ਅਸਲ ਦੇ ਵਿੱਚ ਰੱਬ ਤਾਂ ਮੰਨਿਆ ਹੀ ਆ, ਉਹ ਮੰਨਣ ਜੋਗੇ ਨਹੀਂ ਰਹੇ। ਹੁਣ ਉਹ ਮੰਨਣ ਜੋਗੇ ਨਹੀਂ ਰਹੇ। ਉਹ ਕਹਿੰਦਾ ਮੰਨਣ ਜੋਗੇ ਕਿਉਂ ਨਹੀਂ ਰਹੇ? ਕਹਿੰਦਾ ਇੱਥੇ ਕਬਰਾਂ ਦੇ ਵਿੱਚ ਦੱਬੇ ਗਏ ਆ, ਦਫਨਾ ਦਿੱਤੇ ਗਏ, ਸਮਾਂ ਲੰਘ ਗਿਆ, ਖਤਮ ਹੋ ਗਈ ਕਹਾਣੀ। ਇਹਨਾਂ ਦੀ ਜਿੰਦ ਨੂੰ ਵਿਆਹ ਕੇ ਲੈ ਗਿਆ ਮੌਤ ਦਾ ਫਰਿਸ਼ਤਾ। ਸਰੀਰ ਪਿੱਛੇ ਰਹਿ ਗਿਆ, ਉਹ ਮਿੱਟੀ ਸੀ, ਉਹਨੂੰ ਦੱਬ ਗਏ, ਮਿੱਟੀ 'ਚ ਮਿੱਟੀ ਮਿਲ ਗਈ ਆ। ਹੁਣ ਇਹ ਮੰਨਣ ਜੋਗੇ ਨਹੀਂ ਰਹੇ। ਜਦੋਂ ਸਾਹ ਸੀਗੇ ਉਦੋਂ ਮੰਨੇ ਨਹੀਂ, ਰੱਬ ਨਾਲ ਮੁੱਖ ਮੋੜੀ ਰੱਖਿਆ। ਹੁਣ ਇਹ ਮੰਨਣ ਜੋਗੇ ਨਹੀਂ ਰਹੇ। ਇਵੇਂ ਹੁੰਦਾ।
ਦੁਨੀਆ ਦਾ ਦਸਤੂਰ ਆ ਇਹ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਸਭ ਤੋਂ ਵੱਡਾ ਕਰਜ਼ਾ ਰੱਬ ਦਾ ਹੈ। ਬੰਦੇ ਦੇ ਸਿਰ 'ਤੇ ਸਭ ਤੋਂ ਵੱਡਾ ਇਹ ਨਹੀਂ ਲੈਂਦਾ। ਨਾਮ ਜਪ ਕੇ ਉਤਰਨਾ ਸੀ, ਨਹੀਂ ਉਤਰਦਾ। ਮਾਂ ਪਿਓ ਦਾ ਕਰਜ਼ਾ, ਜਦੋਂ ਛੋਟੇ ਸੀ ਉਹਨਾਂ ਨੇ ਸਾਡੀਆਂ ਗੱਲਾਂ ਨੂੰ ਸਮਝਿਆ ਸੀ। ਬਿਨਾਂ ਬੋਲਿਆਂ ਮਾਂ ਨੂੰ ਸਮਝ ਲੱਗਦੀ ਸੀ ਕਿ ਇਹ ਨਿਆਣਾ, ਇਹਨੂੰ ਹੁਣ ਦੁੱਧ ਦੀ ਲੋੜ ਆ, ਹੁਣ ਇਹ ਇਸ ਤਰ੍ਹਾਂ ਸੌਣਾ ਚਾਹੁੰਦਾ, ਤਾਂ ਇੰਨਾ ਰੋਂਦਾ। ਜਦੋਂ ਉਹ ਫਿਰ ਛੋਟੇ ਛੋਟੇ ਉਹਦੇ ਦੰਦ ਨਿਕਲਣੇ ਸ਼ੁਰੂ ਹੁੰਦੇ ਆ, ਦੰਦੀਆਂ, ਫਿਰ ਉਹ ਬੁੱਟਾਂ ਨੂੰ ਘੁੱਟਦੀ ਆ ਕਿ ਇਹਨੂੰ ਤਕਲੀਫ ਨਾ ਹੋਵੇ, ਉਹਨੂੰ ਦਵਾਈ ਦਵਾਉਂਦੀ ਹੈ। ਸਭ ਕੁਝ ਇਹ ਤੁਸੀਂ ਸਮਝਦੇ ਹੋ। ਮੈਂ ਇੱਕ ਕਹਾਣੀ ਪੜ੍ਹ ਰਿਹਾ ਸੀ, ਮੈਨੂੰ ਬੜੀ ਚੰਗੀ ਲੱਗੀ, ਛੋਟੀ ਜੀ। ਕਹਿੰਦੇ ਨਾ, ਮਾਂ ਜਿਹੜੀ ਸੀ ਉਹ ਸੌਂ ਰਹੀ ਸੀ ਅਤੇ ਐਂਬੂਲੈਂਸ ਦੀ ਆਵਾਜ਼ ਆਈ ਬਾਹਰੋਂ, ਬਹੁਤ ਆਵਾਜ਼ ਕਰਦੀ ਆ, ਹੂਟਰ ਛੱਡੇ, ਮਾਂ ਨਹੀਂ ਉੱਠੀ। ਫਾਇਰ ਬ੍ਰਿਗੇਡ ਦੀ ਗੱਡੀ ਲੰਘੀ, ਮਾਂ ਨਹੀਂ ਉੱਠੀ। ਲੋਕਾਂ ਦੀ ਵੱਡੀ ਭੀੜ ਲੰਘੀ, ਮਾਂ ਨਹੀਂ ਜਾਗੀ। ਬੱਚੇ ਨੇ ਮਾੜਾ ਜਿਹਾ ਰੋਣਾ ਸ਼ੁਰੂ ਕੀਤਾ, ਮਾਂ ਦੀ ਅੱਖ ਖੁੱਲ੍ਹ ਗਈ। ਕੋਲ ਪਿਆ ਬੱਚਾ ਮਾੜਾ ਜਿਹਾ ਰੋਇਆ ਹੀ ਆ, ਮਾਂ ਦੀ ਝੱਟ ਅੱਖ ਖੁੱਲ੍ਹ ਗਈ। ਕਹਿਣ ਦਾ ਭਾਵ ਇਹ ਹੁੰਦਾ ਕਿ ਉਹਨਾਂ ਜੋ ਸਾਡੇ ਲਈ ਕੀਤਾ, ਚਾਹੇ ਪਿਤਾ ਜੀ ਆ ਚਾਹੇ ਮਾਂ, ਅਤੇ ਜਦੋਂ ਬਜ਼ੁਰਗ ਹੋ ਜਾਣ ਉਹਨਾਂ ਨੂੰ ਉਵੇਂ ਸਾਂਭੀਏ ਜਿਵੇਂ ਨਿਆਣੇ ਹੁੰਦਿਆਂ ਨੂੰ ਸਾਨੂੰ ਉਹਨਾਂ ਸਾਂਭਿਆ। ਹੋ ਸਕਦਾ ਥੋੜ੍ਹਾ ਬਹੁਤਾ ਕਰਜ਼ਾ ਉਤਰ ਜੇ, ਪਰ ਕੋਸ਼ਿਸ਼ ਕਰਨੀ ਚਾਹੀਦੀ, ਇਵੇਂ ਉਹਨਾਂ ਨੂੰ ਸਾਂਭਣਾ ਚਾਹੀਦਾ। ਜਦੋਂ ਅਸੀਂ ਨਹੀਂ ਸੀ ਬੋਲ ਸਕਦੇ, ਛੋਟੇ ਸੀ, ਚੱਲ ਨਹੀਂ ਸੀ ਸਕਦੇ, ਉਹਨਾਂ ਸਾਨੂੰ ਸਾਂਭਿਆ। ਹੁਣ ਜਦੋਂ ਬਜ਼ੁਰਗ ਹੋ ਗਏ, ਉਹਨਾਂ ਨੂੰ ਸੁਣਦਾ ਨਹੀਂ। ਇੱਕ ਗੱਲ ਪੁੱਛ ਰਹੇ ਆ ਵਾਰ-ਵਾਰ, ਤਾਂ ਜਦੋਂ ਮੈਂ ਛੋਟਾ ਸੀ ਮੈਂ ਵੀ ਪੁੱਛਦਾ ਸੀ, ਇਹ ਕੀ ਆ, ਉਹ ਕੀ ਆ, ਆਹ ਕੀ ਆ, ਅਤੇ ਉਹਦਾ ਅੱਕਦੇ ਨਹੀਂ ਸੀ। ਹੁਣ ਬਜ਼ੁਰਗ ਪੁੱਛ ਰਹੇ ਆ, ਸਿੱਖਾ ਤੂੰ ਵੀ ਨਾ ਆਖੀ, ਫਿਰ ਸ਼ਾਇਦ ਹੋ ਸਕਦਾ ਤੇਰਾ ਕੋਈ ਹੱਲ ਹੋ ਜੇ ਦਰਗਾਹ ਦੇ ਵਿੱਚ। ਫਿਰ ਇਹ ਮਾਂ ਪਿਓ ਹੋ ਗਏ। ਅੱਗੇ ਦੇਵਤਿਆਂ ਦਾ ਕਰਜ਼ਾ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕ੍ਰਿਤ ਤਾਂ ਹੋਆ ਪਾਕ ਪਵਿੱਤ। ਸਾਰੇ ਦੇਵਤੇ ਆ। ਰੋਟੀ ਦੇਵਤਾ ਹੀ ਆ। ਜਿਹੜਾ ਬੰਦਾ ਰੋਟੀ ਨੂੰ ਦੇਵਤਾ ਨਹੀਂ ਮੰਨਦਾ, ਪਾਣੀ ਨੂੰ ਦੇਵਤਾ ਨਹੀਂ ਮੰਨਦਾ, ਉਹ ਪਾਣੀ ਨੂੰ ਡੋਲੂਗਾ, ਉਹਨੇ ਡੋਲ ਦੇਣਾ ਬਿਨਾਂ ਵਜ੍ਹਾ। ਅਰਬ ਕੰਟਰੀ ਦੀ ਇੱਕ ਕਹਾਣੀ ਆ, ਜੇ ਉਹ ਸਮਝਦੇ ਆ ਦੇਵਤਾ, ਅਸਲ ਵਿੱਚ ਜਿਨ੍ਹਾਂ ਨੂੰ ਫ੍ਰੀ ਮਿਲ ਜੇ ਚੀਜ਼ਾਂ ਉਹ ਕਦਰ ਨਹੀਂ ਕਰਦੇ। ਮਸਕੀਨ ਸਾਹਿਬ ਜੀ ਦੀ ਇੱਕ ਗਾਥਾ ਆਉਂਦੀ ਆ, ਕਹਿੰਦੇ ਮੈਂ ਜਾ ਰਿਹਾ ਸੀ, ਟ੍ਰੇਨ ਦੇ ਵਿੱਚ ਸਫ਼ਰ ਕੀਤਾ, ਬਾਹਰ ਅਰਬ ਕੰਟਰੀ ਸੀ। ਅੱਧਾ ਗਲਾਸ ਪਾਣੀ ਦਾ ਪੀ ਲਿਆ ਅਤੇ ਅੱਧਾ ਮੈਂ ਵਾਸ਼ ਬੇਸਲ ਜਿਹੜਾ ਹੁੰਦਾ ਸ਼ੈਂਕ, ਉਹਦੇ ਵਿੱਚ ਇੱਦਾਂ ਸਾਹਮਣੇ ਰੋੜਤਾ। ਆਪਣਾ ਸੁਭਾਅ ਇੱਦਾਂ। ਉੱਥੇ ਇੱਕ ਮੁਸਲਮਾਨ ਵੀਰ ਸੀ ਉਹਦੇ ਵਿੱਚ, ਅਤੇ ਉਹਦੀ ਆਹ ਨਿਕਲ ਗਈ, ਕਹਿੰਦੇ ਜਿਵੇਂ ਕੋਈ ਬੰਦਾ ਮਰ ਨਹੀਂ ਗਿਆ ਹੁੰਦਾ, ਆਪਾਂ ਹਾਏ ਕਹਿੰਦੇ ਹਾਂ, ਬਹੁਤ ਮਾੜਾ ਕੰਮ ਹੋ ਗਿਆ। ਉਹਦਾ ਹੌਂਕਾ ਨਿਕਲਿਆ। ਉਹ ਕਹਿਣ ਲੱਗੇ, ਇਹ ਤੁਸੀਂ ਕੀ ਕੀਤਾ, ਇਹ ਤਾਂ ਆਬੇ ਹਯਾਤ ਆ। ਉਹ ਬੰਦੇ ਨੇ ਕਿਹਾ, ਕਹਿੰਦੇ ਮੈਨੂੰ, ਕਿ ਪਾਣੀ ਨਹੀਂ ਇਹ, ਅਸੀਂ ਇਹਨੂੰ ਆਬੇ ਹਯਾਤ ਕਹਿੰਦੇ ਹਾਂ। ਆਬੇ ਹਯਾਤ ਕਹਿੰਦੇ ਆ ਮੁਸਲਮਾਨਾਂ ਦੀ ਭਾਸ਼ਾ ਵਿੱਚ ਅੰਮ੍ਰਿਤ ਨੂੰ। ਕਹਿੰਦੇ ਤੁਸੀਂ ਅੰਮ੍ਰਿਤ ਡੋਲਤਾ। ਉਸ ਤੋਂ ਬਾਅਦ ਉਹ ਕਹਿੰਦੇ ਦਿਨ ਗਿਆ, ਮੈਂ ਪਾਣੀ ਨੂੰ ਸੰਕੋਚ ਕੇ ਵਰਤਿਆ। ਉਹ ਬੰਦੇ ਨੇ ਮੇਰਾ ਜੀਵਨ ਬਦਲਿਆ। ਤਾਂ ਪਾਣੀ ਦੇਵਤਾ, ਪਾਣੀ ਦੀ ਕਦਰ ਕਰਨੀ ਸੀ, ਹਵਾ ਦੀ ਕਦਰ ਕਰਨੀ ਸੀ, ਯਾਨੀ ਸਾਰੀਆਂ ਚੀਜ਼ਾਂ ਆਉਂਦੀਆਂ, ਉਹ ਖਤਮ ਹੋ ਚੁੱਕਾ, ਤੁਹਾਨੂੰ ਪਤਾ ਹੀ ਆ। ਉਹਨਾਂ ਦਾ ਕਰਜ਼ਾ ਵੀ ਸਾਡੇ ਸਿਰ 'ਤੇ ਹੀ ਆ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਗੁਰੂ ਕੋਲ ਬਹਿ ਕੇ ਪਤਾ ਲੱਗਦਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਇਹਨਾਂ ਦੀ ਸਾਂਭ ਸੰਭਾਲ ਕਰਨੀ ਸੀ। ਸਾਰਿਆਂ ਨੇ ਰਲ ਕੇ ਹੀ ਆਪਾਂ ਗਲਤੀਆਂ ਕੀਤੀਆਂ। ਇੱਕ ਹੁੰਦਾ ਮੇਰੀ ਇਕੱਲੇ ਦੀ ਗਲਤੀ ਆ, ਇੱਕ ਹੁੰਦਾ ਸਾਰਿਆਂ ਨੇ ਰਲ ਕੇ ਕੀਤੀਆਂ। ਹੁਣ ਉਹਦਾ ਖਮਿਆਜਾ ਰਲ ਕੇ ਹੀ ਭਰਾਂਗੇ। ਇੱਕ ਤਾਂ ਮੇਰੀ ਇਕੱਲੇ ਦੀ ਗਲਤੀ ਆ, ਮੈਂ ਇਕੱਲਾ ਹੀ ਪਾਊਂਗਾ, ਜੋ ਮੈਂ ਕੀਆ ਸੋ ਮੈਂ ਪਾਇਆ। ਇੱਕ ਆਪਾਂ ਸਾਰਿਆਂ ਨੇ ਰਲ ਕੇ ਹੀ ਕਰ ਲਈਆਂ। ਹੁਣ ਉਹਦੀਆਂ ਸਾਡੇ ਨਿਆਣੇ ਵੀ ਭੁਗਤਣਗੇ ਆਉਣ ਵਾਲੇ ਸਮੇਂ ਵਿੱਚ। ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੇ ਜੀਵਨ ਬਿਰਥਾ। ਨਾਮ ਤੋਂ ਬਿਨਾਂ ਜ਼ਿੰਦਗੀ ਕਾਹਦੀ ਹੁੰਦੀ ਆ। ਜਿਉਂ ਆਇਆ ਤਿਉਂ ਜਾਵੇ ਬੌਰੇ, ਜਿਉਂ ਜਨਮੇ ਤਿਉਂ ਮਰਨ ਭਇਆ। ਜਿਹੋ ਜਿਹਾ ਆਇਆ ਜਿਹੋ ਜਿਹਾ ਚਲਿਆ ਗਿਆ, ਬਿਨ ਗੁਰ ਮੂੜ ਭਏ ਹੈ।
ਮਨਮੁਖ। ਮਨ ਦੇ ਪਿੱਛੇ ਚੱਲਣ ਵਾਲਾ ਬੰਦਾ ਗੁਰੂ ਤੋਂ ਬਿਨਾ ਮੂੜ ਆ। ਮੂੜ ਕਹਿੰਦੇ ਆ ਉਹ ਬੰਦਾ ਜਿਹਨੂੰ ਕੱਖ ਦੀ ਸਮਝ ਨਹੀਂ, ਆਪਦੇ ਆਪ 'ਚ ਬਹੁਤ ਸਿਆਣਾ ਹੋਊਗਾ ਪਰ ਹੈਗਾ ਉਹ ਮੂੜ ਹੀ ਆ। ਮੋਹ ਮਾਇਆ ਨਿਤ ਫਾਥਾ, ਉਹਦੇ ਗਲ 'ਚ ਨਿਤ ਫਾਈਆਂ ਪੈਂਦੀਆਂ। ਸਿਮਰਨ ਤੋਂ ਬਿਨਾਂ ਹਰ ਚੀਜ਼ ਦੀ ਫਾਹੀ ਪੈ ਰਹੀ ਆ। ਤਿੰਨ ਸਾਧੂ ਚਰਨ ਨ ਸੇਵੇ ਕਬਹੂ, ਜਿਹਨੇ ਆਪਦੇ ਸੰਤਾਂ ਨੂੰ ਪਿਆਰਿਆਂ ਨੂੰ ਕਦੇ ਯਾਦ ਨਹੀਂ ਕੀਤਾ। ਤਿੰਨ ਸਭ ਜਨਮ ਅਕਾਥਾ, ਕੋਈ ਅਰਥ ਨਹੀਂ ਉਹਦੀ ਜ਼ਿੰਦਗੀ ਦੇ। ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬਚਨ ਯਾਦ ਆ ਜਾਂਦਾ, ਜਿਵੇਂ ਕਹਿੰਦੇ ਤੂੰ ਰੱਬ ਦੇ ਪਿਆਰਿਆਂ ਦੀ ਕਦਰ ਨਾ ਜਾਣੀ। ਉਹ ਕਹਿੰਦੇ ਰੱਬ ਦੇ ਬੰਦਿਆਂ ਨੂੰ ਅਸਲ ਦੇ ਵਿੱਚ ਮੈਂ ਰੱਬ ਸਮਝਿਆ ਹੈ। ਜਿਹੜੇ ਰੱਬ ਦੇ ਬੰਦੇ ਆ, ਜਿਵੇਂ ਭਗਤ ਕਬੀਰ ਜੀ ਆ, ਭਗਤ ਫਰੀਦ ਜੀ ਆ, ਭਗਤ ਨਾਮਦੇਵ ਜੀ ਆ, ਭਗਤ ਰਵਿਦਾਸ ਜੀ ਆ, ਇਹਨਾਂ ਨੂੰ ਮੈਂ ਰੱਬ ਸਮਝਿਆ। ਰੱਬ ਦੇ ਬੰਦਿਆਂ ਨੂੰ ਮੈਂ ਰੱਬ ਹੀ ਸਮਝਿਆ। ਮੇਰੀਆਂ ਅੱਖਾਂ ਦੀਆਂ ਜਿਹੜੀਆਂ ਪੁਤਲੀਆਂ ਨੇ, ਇਹਨਾਂ ਨੂੰ ਬਾਜ਼ਾਰ ਵਾਲੇ ਸੁਰਮੇ ਦੀ ਲੋੜ ਨਹੀਂ, ਜਿਹੜਾ ਬਾਜ਼ਾਰ 'ਚੋਂ ਲਿਆ ਕੇ ਬੀਬੀਆਂ ਜਾਂ ਹੋਰ ਬੱਚਿਆਂ ਦੇ ਪਾਇਆ ਜਾਂਦਾ ਅੱਖਾਂ ਦੇ ਵਿੱਚ। ਸਾਨੂੰ ਇਹ ਸੁਰਮੇ ਦੀ ਲੋੜ ਨਹੀਂ, ਅੱਖਾਂ ਦੀਆਂ ਪੁਤਲੀਆਂ ਨੂੰ। ਭਗਤ ਰਵਿਦਾਸ ਜੀ ਦੇ ਚਰਨਾਂ ਦੀ ਧੂੜ ਨੂੰ, ਭਗਤ ਕਬੀਰ, ਫਰੀਦ, ਨਾਮਦੇਵ, ਸਧਨਾ ਸੈਨ, ਪੀਪਾ ਤੇ ਰਾਮਾਨੰਦ ਜੀ, ਪਰਮਾਨੰਦ ਜੀ, ਭਗਤ ਸੈਣ ਜੀ, ਇਹਨਾਂ ਦੇ ਚਰਨਾਂ ਦੀ ਧੂੜ ਨੂੰ ਮੈਂ ਆਪਣਾ ਸੁਰਮਾ ਸਮਝਿਆ ਹੈ। ਇਹੀ ਮੈਂ ਅੱਖਾਂ ਵਿੱਚ ਪਾਇਆ, ਹੋਰ ਸਾਨੂੰ ਕਿਸੇ ਸੁਰਮੇ ਦੀ ਲੋੜ ਨਹੀਂ। ਜਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਅਸੀਂ ਅੰਧਲੇ ਸੀਗੇ, ਗਿਆਨਹੀਨ ਸੀ, ਅਗਿਆਨੀ ਸੀ। ਕਿਵੇਂ ਚੱਲਦੇ ਤੇਰੇ ਮਾਰਗ 'ਤੇ, ਕਿਉਂ ਚਾਲੈ ਮਾਰਗ ਪੰਥਾ, ਕਿਵੇਂ ਚੱਲਦੇ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਅੰਚਲ ਕਹਿੰਦੇ ਆ ਪੱਲੇ ਨੂੰ। ਮੈਂ ਅੰਧਾ ਸੀ ਵਾਹਿਗੁਰੂ, ਮੈਨੂੰ ਦਿਖਦਾ ਨਹੀਂ ਸੀ, ਤੂੰ ਮੇਰਾ ਸਹਾਰਾ ਬਣ, ਮੈਨੂੰ ਪੱਲਾ ਦੇ। ਜਨ ਨਾਨਕ ਚਲੇ ਮਲੰਥਾ, ਮੈਂ ਆਪਣੇ ਚਰਨਾਂ ਦੇ ਨਾਲ, ਮੈਂ ਆਪਣੇ ਆਪ ਨੂੰ ਤੇਰੇ ਨਾਲ ਇੱਦਾਂ ਜੋੜਦਾ ਕਿ ਮੈਂ ਸਾਰਾ ਸਰੀਰ ਮੇਰਾ, ਮੈਨੂੰ ਸੋਝੀ ਆਵੇ ਇਹ ਤੇਰਾ ਦਿੱਤਾ। ਸਾਹ ਤੇਰੇ ਦਿੱਤੇ ਆ, ਦਿਲ ਤੂੰ ਧੜਕਾ ਰਿਹਾ, ਖੂਨ ਤੂੰ ਚਲਾ ਰਿਹਾ। ਮੈਂ ਸੌਂ ਜਾਂਦਾ, ਸਾਹਾਂ ਨੂੰ ਤੂੰ ਰੱਖ ਰਿਹਾ। ਮੈਂ ਸੌਂ ਜਾਂਦਾ ਅਤੇ ਸੁੱਤੇ ਪਿਆਂ ਦੇ ਸਾਹ ਆਈ ਜਾਂਦੇ ਆ। ਕਮਾਲ ਨਹੀਂ ਇਹ ਤੇਰੀ ਵਾਹ ਹੈ। ਇੱਕ ਊਂ ਵਾਹਿਗੁਰੂ ਕਹਿਣਾ, ਇੱਕ ਇਹ ਮਹਿਸੂਸ ਕਰਕੇ ਕਹਿਣਾ, ਫਰਕ ਬਹੁਤ ਆ। ਤਾਂ ਨਾਮ ਜਿਹੜਾ ਹੈ, ਭਾਈ ਵੀਰ ਸਿੰਘ ਜੀ ਲਿਖਦੇ ਆ, ਸਿਆਲਾਂ ਦੇ ਵਿੱਚ ਜਦੋਂ ਅੱਗ ਬਲਦੀ ਆ, ਉਹਦੇ ਨੇੜੇ ਜਾਂਦੇ ਆ, ਸ਼ਾਂਤੀ ਮਿਲਦੀ ਆ, ਅੱਗ ਚੰਗੀ ਲੱਗਦੀ ਆ, ਸੇਕ ਮਿਲਦਾ ਵਧੀਆ, ਆਪਾਂ ਹੱਥ ਪੈਰ ਸੇਕਦੇ। ਅੱਗ ਤੋਂ ਦੂਰ ਹੋਈਏ ਉਹ ਦੁੱਖ ਹੁੰਦਾ। ਬੰਦਾ ਦੁਖੀ ਕਿਉਂ ਆ? ਸਿੱਧਾ ਸਿੱਧਾ ਜਵਾਬ ਇਹ ਆ, ਸਿਆਲਾਂ ਦੇ ਵਿੱਚ, ਸਰਦੀਆਂ ਵਿੱਚ ਦੁਖੀ ਕਿਉਂ ਹੁੰਦੇ ਆ? ਅੱਗ ਤੋਂ ਦੂਰ ਚਲੇ ਜਾਂਦੇ, ਸੇਕ ਤੋਂ, ਸਰੀਰ ਠਰਦਾ, ਕੰਬਦਾ। ਇੱਦਾਂ ਨਾਮ ਤੋਂ ਦੂਰ ਹੋ ਕੇ ਬੰਦੇ ਦੁਖੀ ਆ। ਹੁਕਮਨਾਮਾ ਵੀ ਉਹੀ ਆ, ਗੁਰ ਨਾਮ ਦਿਓ, ਨਾਮ ਦੀ ਗੱਲ ਹੋਈ ਆ। ਜਿਨ ਸਾਧੂ ਚਰਨ ਨ ਸੇਵੇ ਕਬਹੂ, ਤਿਨ ਸਭ ਜਨਮ ਸਨਾਥਾ। ਮੋਹ ਕੋ ਕੀਜੈ ਦਾਸ ਦਾਸ ਦਾਸਨ ਕੋ। ਇੱਥੇ ਉਹਨਾਂ ਨੇ ਇਵੇਂ ਕਹਿਤਾ, ਗੁਰੂ ਰਾਮਦਾਸ ਜੀ ਨੇ। ਮੰਨ ਲਓ ਕਿਸੇ ਦੇ ਘਰੇ ਨੌਕਰ ਆ, ਆਪਾਂ ਕਹਿੰਦੇ ਅਸੀਂ ਜੀ ਤੁਹਾਡੇ ਚਰਨਾਂ ਦੀ ਧੂੜ ਆ। ਗੁਰੂ ਸਾਹਿਬ ਜੀ ਇਹ ਕਹਿ ਰਹੇ ਆ, ਮੈਂ ਭਗਤ ਕਬੀਰ ਜੀ, ਉਹਨਾਂ ਦੇ ਮੰਨ ਲਓ ਘਰੇ ਨੌਕਰ ਰੱਖਿਆ। ਉਹ ਨੌਕਰ ਦੇ ਵੀ ਥੱਲੇ ਕੋਈ ਬੰਦਾ ਹੁੰਦਾ, ਨੌਕਰ ਆ, ਉਹ ਨੌਕਰ ਦੇ ਵੀ ਅੱਗੇ ਥੱਲੇ ਨੌਕਰ ਆ। ਮੈਂ ਉਹਦੀ ਧੂੜ ਮੰਗਦਾ। ਭਗਤ ਕਬੀਰ ਜੀ ਦੀ ਧੂੜ ਤਾਂ ਬੰਦੇ ਨੂੰ ਰੱਬ ਬਣਾ ਦੂਗੀ। ਉਹਨਾਂ ਦੇ ਘਰੇ ਕੋਈ ਨੌਕਰ ਆ, ਗਾਂ ਉਹ ਨੌਕਰ ਦੇ ਘਰੇ ਨੌਕਰ ਆ, ਗਾਂ ਉਹ ਨੌਕਰ ਦੇ ਘਰੇ ਨੌਕਰ ਆ, ਉਹਦੀ ਧੂੜ ਮੈਨੂੰ ਮਿਲ ਜੇ, ਮੇਰੀ ਜ਼ਿੰਦਗੀ ਸਵਰ ਜੂਗੀ। ਭਗਤ ਦੀ ਧੂੜ ਤਾਂ ਬੰਦੇ ਨੂੰ ਰੱਬ ਬਣਾ ਦਿੰਦੀ ਹੈ। ਸੋ ਇਹ ਅੱਜ ਦਾ ਹੁਕਮਨਾਮਾ ਸੀ। ਮੋਹ ਕੋ ਦੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਗੁਰੂ ਪਿਆਰੀ ਸੰਗਤ ਜੀ, ਸੋ ਅੱਜ ਸਾਵਣ ਦੇ ਮਹੀਨੇ ਦੀ ਪੁੰਨਿਆਂ ਦਾ ਦਿਹਾੜਾ ਹੈ। ਉਹਦੇ ਸੰਬੰਧ ਵਿੱਚ ਕੁਝ ਇਤਿਹਾਸ ਦਾ ਤੱਥ। ਵੈਸੇ ਜਿਹੜਾ ਰੱਖੜੀ ਦਾ ਤਿਉਹਾਰ ਆ, ਇਹਨੂੰ ਹਿੰਦੂ ਵੀਰ ਮਨਾਉਂਦੇ ਆ, ਉਹਨਾਂ ਦਾ ਹੀ ਇਹ ਤਿਉਹਾਰ ਸੀਗਾ।
ਹਿੰਦੂਆਂ ਦੀ ਗਿਣਤੀ ਬਹੁਤ ਆ, ਹਿੰਦੂ ਵੀਰਾਂ ਦੀ, ਜਿਹਦੇ ਕਰਕੇ ਫਿਰ ਹੌਲੀ ਹੌਲੀ ਇਹਨੂੰ ਸਾਰੇ ਮਨਾਉਣ ਲੱਗ ਗਏ। ਪਰ ਆਪਣਾ ਇਹਦੇ ਨਾਲ ਕੀ ਸੰਬੰਧ ਆ, ਆਪਾਂ ਉਹਦੇ ਬਾਰੇ ਹੀ ਦੱਸਾਂਗੇ। ਬਾਬੇ ਬਕਾਲੇ ਆਪਾਂ ਜਾਈਏ, ਸਭ ਤੋਂ ਵੱਡਾ ਜੋੜ ਮੇਲਾ ਉੱਥੇ ਹੁੰਦਾ। ਇਹਨੂੰ ਤੁਸੀਂ ਰੱਖੜੀ ਕਹਿੰਦੇ ਹੋ, ਇਹਨੂੰ ਸਾਵਣ ਦੇ ਮਹੀਨੇ ਦੀ ਪੁੰਨਿਆ ਕਹਿੰਦੇ ਆ। ਇਹ ਕਿਉਂ ਹੁੰਦਾ, ਉਹਦੇ ਪਿੱਛੇ ਕੀ ਰਾਜ ਆ? ਸਿੱਖਾਂ ਦਾ ਰੱਖੜੀ ਨਾਲ ਸੰਬੰਧ ਕੋਈ ਨਹੀਂ, ਪਰ ਬਾਬੇ ਬਕਾਲੇ ਐਡਾ ਜੋੜ ਮੇਲਾ ਕਿਉਂ ਹੋ ਜਾਂਦਾ? ਉਹਦਾ ਜਵਾਬ ਇਹ ਆ, ਸਰਵਣ ਕਰੋ ਜੀ। 8ਵੇਂ ਪਾਤਸ਼ਾਹ ਜੀ ਜਦੋਂ ਗੁਰੂ ਹਰਕ੍ਰਿਸ਼ਨ ਜੀ ਇਸ ਦੁਨੀਆ ਤੋਂ ਸੱਚਖੰਡ ਗਏ ਆ, ਇੱਥੇ ਆ ਕੇ ਦਿੱਲੀ ਦੇ ਵਿੱਚ ਖੂਬ ਸੇਵਾ ਕੀਤੀ ਆ। ਚੇਚਕ ਦੀ ਬਿਮਾਰੀ ਹੋਏ ਰੋਗੀਆਂ ਨੂੰ ਛੋਟੀ ਉਮਰ ਵਿੱਚ ਸੇਵਾ ਕਰਕੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਖਿਆ, ਬਾਬਾ ਵਸੇ ਜੀ ਗ੍ਰਾਮ ਬਕਾਲੇ। ਪਹਿਲੀ ਵਾਰ ਹੋਇਆ ਦੁਨੀਆ ਵਿੱਚ ਕਿ ਪੋਤੇ ਨੇ ਦਾਦੇ ਨੂੰ ਗੱਦੀ ਦਿੱਤੀ ਆ। ਇਸ਼ਾਰਾ ਕਰਕੇ ਨਾ ਤੇ ਥਾਲੀ ਵਿੱਚ ਨਾਰੀਅਲ ਰੱਖ ਕੇ, ਪੈਸੇ ਟੇਕ ਕੇ, ਹੱਥ ਜੋੜ ਕੇ ਆਖਿਆ, ਬਾਬਾ ਵਸੇ ਗ੍ਰਾਮ ਬਕਾਲੇ। ਗੁਰੂ ਤੇਗ ਬਹਾਦਰ ਜੀ ਵੱਲ ਇਸ਼ਾਰਾ ਕੀਤਾ ਕਿ ਜਿਹੜੇ ਅਗਲੇ ਗੁਰੂ ਹੋਣਗੇ, 9ਵੇਂ ਗੁਰੂ, ਉਹ ਬਕਾਲਾ ਸਾਹਿਬ ਤੁਹਾਨੂੰ ਮਿਲਣਗੇ। ਨਾਮ ਨਹੀਂ ਲਿਆ, ਬਸ ਇੰਨਾ ਹੀ ਆਖਿਆ, ਬਾਬਾ ਵਸੇ ਗ੍ਰਾਮ ਬਕਾਲੇ। ਸਿੱਖਾਂ ਨੇ ਜਦੋਂ ਆਖਿਆ ਸਾਨੂੰ ਕਿਹਦੇ ਲੜ ਲਾ ਕੇ ਚੱਲੇ ਹੋ, ਉਦੋਂ ਉੱਥੇ ਫਿਰ 22 ਗੁਰੂ ਬਣ ਕੇ ਬਹਿ ਗਏ। ਜਦੋਂ 22 ਗੁਰੂ ਬਣ ਕੇ ਬੈਠੇ, ਮੱਖਣ ਸ਼ਾਹ ਜੀ ਸਨ, ਉਹਨਾਂ ਦਾ ਬੇੜਾ ਡੁੱਬਿਆ। ਅਰਦਾਸ ਕੀਤੀ, ਜੋ ਗੁਰੂ ਨਾਨਕ ਦੀ ਗੱਦੀ 'ਤੇ ਹੈਗੇ ਆ, ਮੇਰਾ ਬੇੜਾ, ਮੇਰਾ ਸਮੁੰਦਰੀ ਜਹਾਜ਼ ਬਚਾ ਲਓ, ਮੈਂ 500 ਮੋਹਰਾਂ ਦੇਵਾਂਗਾ। ਗੁਰੂ ਤੇਗ ਬਹਾਦਰ ਜੀ ਨੇ ਮੋਢਾ ਲਾ ਕੇ ਤਾਰਿਆ, ਸਾਰਾ ਕੁਝ ਠੀਕ ਹੋਇਆ। ਇਹ ਵਪਾਰੀ ਚੱਲ ਕੇ ਆਇਆ ਬਕਾਲੇ। ਬਕਾਲੇ ਵੇਖਿਆ 22 ਗੁਰੂ ਬਣ ਕੇ ਬੈਠੇ ਆ। ਉਹ 22 ਨੂੰ ਫਿਰ ਸੋਚਿਆ 2-2 ਮੋਹਰਾਂ ਦੇ ਦੂੰਗਾ, ਹੁਣ ਮੈਂ ਕਿਹਨੂੰ ਦੇਵਾਂ? ਜਿਹੜਾ ਸੱਚਾ ਗੁਰੂ ਹੋਊ ਪਛਾਣ ਲੂਗਾ। 22 ਨੂੰ ਦਿੱਤੀਆਂ, 22 ਝੂਠੇ ਸੀ, ਕਿਸੇ ਨਾ ਪਛਾਣਿਆ। ਪੁੱਛਿਆ ਹੈ ਕੋਈ ਹੋਰ ਬਾਕੀ ਹੈ ਕੋਈ? ਉਹ ਕਹਿੰਦੇ ਹਾਂ ਇੱਕ ਹੈਗਾ, ਉਹਨੂੰ ਲੋਕ ਕਮਲਾ ਕਹਿੰਦੇ ਆ, ਝੱਲਾ ਬੁਰਾਨਾ ਦੀਵਾਨਾ, ਤੇਗਾ ਉਹਦਾ ਨਾਮ ਆ, ਉਹ ਅੰਦਰ ਹੀ ਰਹਿੰਦਾ, ਬਾਹਰ ਨਹੀਂ ਆਉਂਦਾ। ਕਹਿੰਦੇ ਚਲੋ 22 ਨੂੰ ਮਿਲੇ ਤੇ 23 ਨੂੰ ਮਿਲ ਚੱਲੀਏ। 23ਵੇਂ ਨੂੰ ਆਏ, 2 ਮੋਹਰਾਂ ਰੱਖੀਆਂ। ਗੁਰੂ ਨਾਨਕ ਸਾਹਿਬ ਜੀ ਦੀ 9ਵੀਂ ਜੋਤ ਨੇ ਕਿਹਾ, ਗੁਰੂ ਤੇਗ ਬਹਾਦਰ ਨੇ ਕਹਿਣ ਲੱਗੇ, ਮੱਖਣ ਸ਼ਾਹ ਵਾਅਦਾ ਵਚਨ ਪੂਰਾ ਕਰੋ ਨਾ, 500 ਕਹਿ ਕੇ 2 ਟੇਕੀ ਜਾਂਦੇ ਆ, ਇਹ ਗੱਲ ਠੀਕ ਨਹੀਂ ਹੁੰਦੀ। ਇਹ ਕਿਹਾ ਤੇ ਚਾਅ ਚੜ੍ਹ ਗਿਆ ਕਿ ਸੱਚੇ ਗੁਰੂ ਤਾਂ ਇਹ ਆ, ਬਾਕੀ 22 ਝੂਠੇ ਆ। ਕੋਠੇ 'ਤੇ ਚੜ੍ਹ ਕੇ ਆਖਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਜਦੋਂ ਆਖਿਆ, ਲੋਕਾਂ ਨੇ ਪੁੱਛਿਆ ਕੀ ਹੋ ਗਿਆ ਮੱਖਣ ਸ਼ਾਹ, ਤੂੰ ਤਾਂ ਇੰਨਾ ਅਮੀਰ ਆ, ਇਹ ਰੌਲਾ ਕਿਉਂ ਪਾ ਰਿਹਾ, ਕਿਤੇ ਤਵਾਜ਼ਨ ਤਾਂ ਨਹੀਂ ਹੋ ਗਿਆ? ਉਹ ਕਹਿੰਦਾ ਨਹੀਂ, ਖੁਸ਼ੀ ਨਹੀਂ ਮੈਥੋਂ ਸਾਂਭੀ ਗਈ, ਗੁਰੂ ਲੱਭ ਗਿਆ। ਸਾਵਣ ਦੇ ਮਹੀਨੇ ਦੇ ਵਿੱਚ ਪੁੰਨਿਆਂ ਵਾਲੇ ਦਿਨ, ਜਿਹੜਾ ਅੱਜ ਦਾ ਦਿਹਾੜਾ ਹੈ, ਉਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ, ਪ੍ਰਗਟ ਹੋਏ ਮਹਾਰਾਜ। ਇਸ ਦਿਨ ਜਿਹੜੀ ਆਪਾਂ ਰੱਖੜੀ ਆਪਾਂ ਕਹਿੰਦੇ, ਰੱਖੜ ਪੁੰਨਿਆ ਕਹਿੰਦੇ ਹੋ, ਉਸ ਦਿਨ ਮਹਾਰਾਜ ਨੂੰ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਹੋਏ ਆ, ਉਹਨਾਂ ਨੇ ਗੱਦੀ 'ਤੇ ਬਿਠਾਉਣਾ ਕੀਤਾ, ਤਿਲਕ ਲਾ ਕੇ। ਗੱਦੀ ਪਹਿਲਾਂ ਹੀ ਦੇ ਦਿੱਤੀ ਸੀ ਮਹਾਰਾਜ ਨੇ, ਚੇਤ ਮਹੀਨੇ ਵਿੱਚ, ਚੇਤ ਵਿੱਚ ਹੀ ਦੇ ਦਿੱਤੀ ਸੀ। ਗੁਰੂ ਹਰਕ੍ਰਿਸ਼ਨ ਜੀ ਨੇ ਪ੍ਰਗਟ ਪਰ ਇਹ ਦਿਨ ਹੋਇਆ, ਤਾਂ ਉੱਥੇ ਜੋੜ ਮੇਲਾ ਮਨਾਇਆ ਜਾਂਦਾ। ਵੈਸੇ ਹਿੰਦੂ ਵੀਰਾਂ ਦਾ ਤਿਉਹਾਰ ਆ, ਉਹ ਉਹਨੂੰ ਮਨਾਉਂਦੇ ਆ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ। ਈਸਾਈਆਂ ਦੀ ਗਿਣਤੀ ਬਹੁਤ ਜ਼ਿਆਦਾ, ਸਿੱਖਾਂ ਦੀ ਗਿਣਤੀ ਬਹੁਤ ਥੋੜ੍ਹੀ ਆ, ਜਿਹਦੇ ਕਰਕੇ ਫਿਰ ਉਹ ਸਾਰੇ ਹੀ ਹੌਲੀ ਹੌਲੀ ਮਨਾਉਣ ਲੱਗ ਗਏ। ਗੁਰੂ ਸਾਹਿਬ ਕਿਰਪਾ ਕਰਨ। ਇਹ ਸਾਡਾ ਇਤਿਹਾਸ ਆ ਜਿਹੜਾ ਪੁੰਨਿਆਂ ਦੇ ਨਾਲ ਸੰਬੰਧਿਤ ਰੱਖਦਾ। ਅੱਜ ਦੇ ਦਿਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹ ਗੱਦੀ 'ਤੇ ਪ੍ਰਗਟ ਹੋਏ ਸੀ। ਗੁਰੂ ਤਾਂ ਉਦੋਂ ਹੀ ਬਣ ਗਏ ਸੀ ਜਦੋਂ ਆਖਿਆ, ਬਾਬਾ ਵਸੇ ਗ੍ਰਾਮ ਬਕਾਲੇ। ਸਿੱਖਾਂ ਵਿੱਚ ਪ੍ਰਗਟ ਅੱਜ ਦੇ ਦਿਨ ਹੋਏ ਆ। ਇਹ ਸਾਡਾ ਇਤਿਹਾਸ ਆ, ਇਹਦੇ ਨਾਲ ਆਪਾਂ ਜੁੜਨਾ। ਸਾਡੇ ਲਈ ਸਾਡੀ ਬਾਣੀ, ਸਾਡੇ ਲਈ ਸਾਡਾ ਇਤਿਹਾਸ, ਸਾਡੇ ਲਈ ਸਾਡਾ ਕੀਰਤਨ, ਸਾਡੇ ਲਈ ਸਾਡਾ ਵਾਹਿਗੁਰੂ ਦਾ ਨਾਮ ਸਿਮਰਨ, ਇਹੀ ਸਭ ਤੋਂ ਵੱਡਾ ਤਿਉਹਾਰ ਆ। ਸਭ ਤੋਂ ਵੱਡਾ ਨਾਮ ਜਪਣਾ ਬਹੁਤ ਵੱਡਾ ਤਿਉਹਾਰ ਆ। ਹਰ ਦਿਨ ਫੈਸਟੀਵਲ ਆ ਸਿੱਖ ਵਾਸਤੇ। ਸੰਗਤ ਹਰ ਦਿਨ ਬਹੁਤ ਵੱਡਾ ਤਿਉਹਾਰ ਆ। ਜੇ ਨਾਮ ਜਪੀਏ, ਇਹ ਨਾਮ ਨੂੰ ਭੁੱਲ ਗਏ, ਕੋਈ ਤਿਉਹਾਰ ਨਹੀਂ।
ਅਸਲ ਵਿੱਚ ਉਹੀ ਦਿਨ ਉਹ ਦਿਨ ਆ ਜਦੋਂ ਤੇਰੀ ਯਾਦ ਆਉਂਦੀ ਹੈ। ਉਹ ਰਾਤ ਆ ਜਿਸ ਦਿਨ ਤੂੰ ਚੇਤੇ ਆਉਣਾ। ਭਾਈ ਨੰਦ ਲਾਲ ਜੀ, ਉਹ ਦਿਨ ਕਾਹਦਾ ਜਦੋਂ ਤੂੰ ਭੁੱਲ ਜਾਨਾ, ਉਹ ਰਾਤ ਕਾਹਦੀ ਜਦੋਂ ਤੂੰ ਵਿਸਰ ਜਾਨਾ। ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ। ਇਹਨਾਂ ਨੂੰ ਨਾਮ ਭੁੱਲ ਗਿਆ, ਧਰਤੀ 'ਤੇ ਭਾਰ ਹੁੰਦੇ ਆ, ਉਹ ਭਾਰ ਬਣ ਜਾਂਦੇ ਆ। ਗੁਰੂ ਸਾਹਿਬ ਕਿਰਪਾ ਕਰਨ। ਅੱਜ ਦੇ ਦੀਵਾਨ 'ਚ ਇਤਨਾ ਹੀ ਹੈ। ਆਓ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੀਏ, ਐਸੇ ਮਾਲਕ ਨੂੰ ਚੇਤੇ ਕਰਕੇ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।